अस्सलामुअलैकुम नाजरीन, मैं हूं आपका होस्ट मेज़बान अजमल सियार और आप देख रहे हैं BN न्यूज़। नाजरीन, कब्ज़ा माफिया हमेशा मुल्क भर में जो है वो मुतहर्रिक हो चुका। बुरेवाला की बात करेंगे, जनूबी पंजाब यानी मुल्तान डिवीज़न का एक छोटा शहर बुरेवाला। मैं इस वक्त मौजूद हूँ वहाँ पे एक फ़ैमिली के साथ जिसका खामद फौत हो चुका है। वो बेवा है, उसने खामद ने हिबा किया अपनी जो घर है प्रॉपर्टी अपनी बीवी के नाम हिबा करके दुनिया से रुखसत हो गया। लेकिन कुछ अफराद शरपसंद अफराद जो कब्ज़ा माफिया से ताल्लुक़ रखने वाले हैं, जो आला अप्रोच के मालिक हैं, उन्होंने कब्ज़ा कर लिया। इस वक्त वो पूरी फैमिली अपनी बेटियों के साथ वो ज़ारो कतार रोते हुए इस वक्त दर बदर के धक्के खा रही है और कोई भी पुरसाने हाल नहीं है। इन फैमिली के साथ मौजूद हूँ, मजीद इनसे जान लेते हैं। माँ जी की ना, अच्छा जमीला बीबी ए दसो कि ਤੁਹਾਡੇ ਖਾਵੰਦ ਕਦੋਂ ਫੌਤ ਹੋਏ? ਇਹ ਜਿਹੜੇ 5 ਮਹੀਨੇ ਪਹਿਲੇ ਜਦੋਂ ਫੌਤ ਹੋਏ ਨੇ ਤੇ ਇਹ ਕਬਜ਼ਾ ਤੁਹਾਡਾ ਘਰ ਕਿੰਨੇ ਮਰਲੇ ਦਾ ਹੈ, ਕਬਜ਼ਾ ਕਿਸ ਤਰ੍ਹਾਂ ਹੋਇਆ? 6 ਮਰਲੇ ਦਾ ਮਕਾਨ ਸੀ, 3 ਮਰਲੇ ਮੇਰੇ ਨਾਮ ਸੀ, 3 ਮਰਲੇ ਹਾਜੀ ਸਾਹਿਬ ਦਾ ਨਾਮ ਸੀ। ਮੈਂ ਵਿੱਚ ਰਹਿ ਰਹੀ ਸੀਗੀ। ਖਤਮ ਹੀ ਉੱਥੇ ਦਵਾਇਆ, ਉੱਥੇ ਹੀ ਉਹਨਾਂ ਦਾ ਜਨਾਜ਼ਾ ਕੀਤਾ, ਸਾਰਾ ਕੁਝ। ਬਿਮਾਰ ਰਿਹਾ 4 ਕੁ ਮਹੀਨੇ, ਉੱਥੇ ਹੀ ਮੈਨੂੰ ਸੰਭਾਲਿਆ, ਸਾਰਾ ਕੁਝ ਕੀਤਾ, ਨਾਲ ਨਾਲ ਉਹਦੇ ਚੱਲਦੀ ਰਹੀਆਂ। ਮੇਰੇ ਹੱਥਾਂ 'ਚ ਹੀ ਫੌਤ ਹੋਇਆ। ਮੈਨੂੰ ਸਮਝ ਨਹੀਂ ਆਈ ਕਿ ਕਿੱਦਾਂ ਇਹ ਭੇੜੀਏ ਸਾਰੇ ਪੈ ਗਏ ਮੇਰੇ ਮਕਾਨ ਨੂੰ, ਸਾਰੇ ਹੀ ਮਕਾਨ ਨੂੰ ਪੈ ਗਏ। 3-4 ਬੰਦੇ ਰਲ ਕੇ ਇਹਨਾਂ ਨੇ, ਕੌਂਸਲਰਾਂ ਨੇ ਮੇਰੀ ਤਾਂ ਜ਼ਿੰਦਗੀ ਤਬਾਹ ਕਰਤੀ। ਮੇਰੇ ਬੱਚੇ ਰੋਲ ਦਿੱਤੇ ਇਹਨਾਂ ਨੇ। ਸਾਨੂੰ ਤਿੰਨਾਂ ਮਾਂ ਬੇਟੀਆਂ ਨੂੰ ਘਰੋਂ ਜ਼ਿਲਤ ਕਰਕੇ ਕੱਢਿਆ। ਇਸ ਬਗੈਰਤ ਨੇ ਇੰਨੀ ਜ਼ੋਰ ਦੀ ਜ਼ਲੀਲ ਕੀਤਾ ਸਾਨੂੰ ਪੂਰੀ ਗਲੀ ਵਿੱਚ। ਕੌਣ ਹੈ ਬੰਦਾ? ਕਬਜ਼ਾ ਮਾਫੀਆ ਕੌਣ ਹੈ? ਸਨਾਉਲਾ ਰਹਿਮਾਨੀ, ਤਾਰਕ, ਅਲੀ ਰਜ਼ਾ, ਇਹ ਤਿੰਨੋਂ ਹੀ ਬੰਦੇ ਸੀ। ਸਾਨੂੰ ਬਹੁਤ ਜ਼ਲੀਲ ਕੀਤਾ। ਮੈਂ ਬਹੁਤ ਭੱਜੀ, ਥਾਣੇ ਦਰਖਾਸਤਾਂ ਦਿੱਤੀਆਂ। SHO ਸਾਹਿਬ ਨੇ ਕਿਹਾ ਕਿ ਮੈਂ ਕੁਝ ਨਹੀਂ ਕਰ ਸਕਦਾਗਾ। ਮੈਨੂੰ ਬਹੁਤ ਫੋਨ ਆਉਂਦੇ ਲੋਕਾਂ ਦੇ, ਮੈਨੂੰ ਨਹੀਂ ਟਿਕਣ ਦਿੰਦੇ ਕਿ ਮੈਂ ਨਹੀਂ ਕੁਝ ਕਰ ਸਕਦਾ, ਜਾ ਕੇ ਕਬਜ਼ਾ ਕਰ ਲਾ। ਕਿਹੜੇ ਨੰਬਰ ਗਲੀ ਅਮਜਦ ਟਾਊਨ ਚ ਘਰ ਹੈ? ਅਮਜਦ ਟਾਊਨ ਗਲੀ ਨੰਬਰ 8। ਤੇ ਥਾਣੇ ਸਿਟੀ ਦੇ SHO ਨੇ ਤੁਹਾਨੂੰ ਕਿਹਾ? ਜੀ ਥਾਣੇ। ਅੱਛਾ, ਫਿਰ ਕੀ ਹੋਇਆ? ਉਸ ਤੋਂ ਬਾਅਦ ਮੈਂ 2-3 ਦਰਖਾਸਤਾਂ ਦਿੱਤੀਆਂ। ਫਿਰ ਮੈਨੂੰ ਕਹਿੰਦਾ ਸੀ ਤੂੰ ਚਲੀ ਜਾ, ਮੈਂ ਕੁਝ ਨਹੀਂ ਕਰਨਾਗਾ। ਫਿਰ ਮੌਕੇ 'ਤੇ ਮੈਂ ਮਕਾਨ ਵਿੱਚ ਗਈ ਹਾਂ, ਉਹਨਾਂ ਨੇ ਫਿਰ ਮੈਨੂੰ ਮਾਰਿਆ, ਕੁੱਟਿਆ, ਮੇਰਾ ਸਿਰ ਪਾੜ ਦਿੱਤਾ। SHO ਸਾਹਿਬ ਨੇ ਪਿਸਤੌਲ ਵੀ ਬਰਾਮਦ ਕੀਤਾ, ਉਹਦੇ ਕੋਲੋਂ ਗੋਲੀਆਂ ਬਰਾਮਦ ਕੀਤੀਆਂ ਤਾਰਕ ਕੋਲੋਂ। ਉਹਨੂੰ ਲਿਆ ਕੇ ਇੱਕ ਕੌਂਸਲਰ ਦੇ ਕਹਿਣ 'ਤੇ ਉਹਨੇ ਫਿਰ ਉਹਨੂੰ ਛੱਡ ਦਿੱਤਾ। ਸਨਾਉਲਾ ਉਹਨੂੰ ਲੈ ਕੇ ਗਿਆ, ਵਾਪਸ ਲੈ ਕੇ ਗਏ। ਉਹਨਾਂ ਨੇ ਫਿਰ ਮੈਨੂੰ ਕਿਹਾ ਲੈ ਅਸੀਂ ਤਾਂ ਫਿਰ ਆ ਗਏ ਹਾਂ। ਫਿਰ ਮੇਰੇ ਮਕਾਨ 'ਤੇ ਬੈਠ ਕੇ ਜਾ ਕੇ ਮੈਂ ਬੇਬਾਸਾਂ ਇਕੱਲੀ ਹਾਂ, ਕੋਈ ਮੇਰੇ ਨਾਲ ਨਹੀਂ ਗਾ। ਅੱਲਾ ਤੋਂ ਬਿਨਾਂ ਕੋਈ ਵੀ ਨਹੀਂ ਹੈਗਾ ਅਤੇ ਮੈਂ ਕਿਹਦੇ ਕੋਲ ਜਾਵਾਂ, ਇਹਨੂੰ ਕਹਾਂ ਜਾ ਕੇ। ਮੇਰੀ ਕਿਸੇ ਨੇ ਨਹੀਂ ਸੁਣੀ। ਮੈਂ DPO ਪੇਸ਼ ਹੋਈਆਂ, ਉਹਨੇ SHO DSP ਨੂੰ ਕਹਿ ਤਾ, DSP ਨੇ SHO ਨੂੰ ਕਹਿ ਤਾ। SHO ਨੇ ਕਿਹਾ ਤੂੰ ਬੂਰੇ 'ਚ ਭੱਜ ਲੈ ਜਿੱਥੇ ਭੱਜਣਾ, ਮੈਂ ਤੈਨੂੰ ਮਕਾਨ ਨਹੀਂ ਦਿਵਾਉਣਾ। ਉਹਨੇ ਉਸ ਤੋਂ ਜ਼ਿਆਦਾ ਮੈਨੂੰ ਕੁਝ ਹੋ ਗਿਆ, ਮੇਰੀਆਂ ਬੇਟੀਆਂ ਨੂੰ ਹੋ ਗਿਆ। ਇਹਦਾ ਜ਼ਿੰਮੇਵਾਰ ਸਨਾਉਲਾ ਵਾ, ਤਾਰਕ ਵਾ। ਅੱਛਾ, ਜਦੋਂ ਕਬਜ਼ਾ ਹੋਇਆ ਤੇ ਤੁਸੀਂ ਕਿਉਂ ਕਿਸ ਬਿਆਪ ਤੇ ਕੀਤਾ ਉਹਨਾਂ ਨੇ ਕਬਜ਼ਾ? ਮਤਲਬ ਤੁਹਾਡੇ ਕੋਲ ਰਿਸ਼ਤੇਦਾਰ ਸਨ ਜਾਂ ਉਹ ਕੀ ਮਸਲਾ ਹੈ? ਹਾਜੀ ਸਾਹਿਬ ਦਾ ਸਤੇਲਾ ਬੇਟਾ ਸੀਗਾ ਤੁਹਾਡੇ ਖਾਵੰਦ ਜਿਹੜੇ? ਹਾਂਜੀ। ਜਦੋਂ ਹਾਜੀ ਸਾਹਿਬ ਫੌਤ ਹੋ ਗਏ ਉਦੋਂ ਦਾ ਸਾਡੇ ਨਾਲ ਤਲਕ ਉਹਨਾਂ ਨੇ ਜ਼ਿੰਦਾ ਤੋਂ ਛੱਡਿਆ ਹੋਇਆ ਸੀਗਾ। ਹੁਣ ਉਹਨਾਂ ਨੇ ਇੱਕ ਦੂਜੇ ਨੂੰ ਕਹਿ ਕਵਾ ਕੇ ਜਦੋਂ ਕਬਜ਼ਾ ਕਰਨਾ ਸੀ ਮੇਰੇ ਖਿਲਾਫ ਦਰਖਾਸਤ ਦੇ ਦਿੱਤੀ ਜੀ ਤੇਰਾ ਨਿਕਾਹ ਝੂਠਾ ਵਾ, ਤੂੰ ਗਲਤ ਆ, ਇੰਜ ਵੰਜ। ਮੈਂ ਥਾਣੇ ਆ ਗਈ। ਜਦੋਂ ਮੈਂ ਥਾਣੇ ਆ ਕੇ ਬੈਠੀ, ਪਿੱਛੋਂ ਉਹਨਾਂ ਨੇ ਕਬਜ਼ਾ ਕਰ ਲਿਆ। ਮੈਂ ਗਈ ਹਾਂ, ਸਨਾਉਲਾ ਦੇ ਬੰਦੇ ਬੈਠੇ ਹੋਏ ਸੀ ਉੱਥੇ ਤਾਰਕ ਬੈਠਾ ਹੋਇਆ ਸੀਗਾ। ਵਾਪਸੀ ਗਈ। ਕੰਮ ਕੀ ਕਰਦੇ ਨੇ ਸਨਾਉਲਾ ਦੇ? ਕੋਈ ਡੇਰਾ ਡੂਰਾ ਉੱਥੇ ਬਣਾਇਆ ਹੈ? ਕੀ ਕਰਦੇ ਆ? ਇਹੀ ਕਰਦਾ ਵਾ, ਕਬਜ਼ੇ ਕਰਦਾ ਵਾ, ਉਹਦੇ ਨਾਲ ਰਲਿਆ ਹੋਇਆ ਵਾ। ਆਹ ਇਹਦਾ ਕੀ ਨਾਮ ਆ? ਅਜ਼ੀਜ਼ ਹੈਗਾ ਇਹਨਾਂ ਦਾ? ਹਾਂਜੀ, ਉਹ ਇਹਨਾਂ ਦੇ ਨਾਲ ਤਲਕ, ਇਹਨਾਂ ਦਾ ਗਲਤ ਆਉਣ ਜਾਣ ਵਾ। ਜਦੋਂ ਕਬਜ਼ਾ ਹੋਇਆ ਹੁਣ ਤੇ PTI ਦੀ ਪੰਜਾਬ ਹਕੂਮਤ ਹੈ ਨਾ, ਪਰਵੇਜ਼ ਲਾਈ ਵਜ਼ੀਰ ਪੰਜਾਬ ਨੇ, PTI ਦੀ ਹਕੂਮਤ ਹੈ। ਉਦੋਂ ਕੋ ਨੂਨ ਲੀਗ ਦੀ ਹਕੂਮਤ ਸੀ ਜਦੋਂ ਕਬਜ਼ਾ ਹੋਇਆ? ਹਾਂਜੀ, ਜਦੋਂ ਕਬਜ਼ਾ ਹੋਇਆ ਉਹਨਾਂ ਦੀ ਹਕੂਮਤ ਸੀਗੀ, ਇਸੇ ਵਜ੍ਹਾ ਤੋਂ ਕਬਜ਼ਾ ਕਰ ਗਏ। ਉਦੋਂ ਮਤਲਬ ਉਹ ਕੋਈ ਨੂਨ ਲੀਗ ਨਾਲ ਤਾਲੁਕ ਹੈ ਉਹਨਾਂ ਦਾ, ਤੇ ਉਹ ਕੋਈ ਉਹਨਾਂ ਦਾ ਕੋਈ MPI ਜਾਂ MNA ਨੇ ਸਾਥ ਦਿੱਤਾ ਸੀ? ਹਾਂਜੀ ਉਹਨਾਂ ਨੇ ਦਿੱਤਾ ਸੀ। ਕਿਸ MNA ਨੇ? ਰਣਜੀਤ ਰਾਈ ਨੇ ਬਹੁਤ ਫੋਨ ਕੀਤੇ, ਕਦੇ ਕਿਸੇ ਤੋਂ ਫੋਨ ਕਰਾਇਆ, ਕਦੇ ਕਿਸੇ ਤੋਂ। SHO ਨੇ ਹੱਥ ਬੰਨੇ, ਉਹਨੇ ਕਿਹਾ ਮੈਨੂੰ ਬਹੁਤ ਫੋਨ ਆਈ ਜਾਂਦੇ ਆ, ਤੂੰ ਚਲੀ ਜਾ, ਮੈਂ ਤੇਰੀਆਂ ਬੇਟੀਆਂ ਤੇ ਹੀ ਪਰਚਾ ਦੇ ਦੂੰ, ਤੇਰੇ ਤੇ ਵੀ ਦੇ ਦੂੰਗਾ ਜੇ ਤੂੰ ਦੁਬਾਰ ਤੋਂ ਕਬਜ਼ੇ ਤੇ ਗਈ ਤਾਂ। ਤੂੰ ਨਹੀਂ ਜਾਣਾ ਉੱਥੇ ਮਕਾਨ। ਪੈਸੇ ਪੁੱਛੇ ਦੀ ਵੀ ਆਫਰ ਕਰਦੇ ਸੀ ਵੀ ਕੋਈ ਪੈਸੇ ਲੈ ਕੇ ਛੱਡ ਦਿੰਦੇ ਆ? ਮੈਨੂੰ 5 ਲੱਖ ਤੋਂ ਲੱਗਿਆ ਸੀ ਸਨਾਉਲਾ ਕਹਿਣ ਕਿ 5 ਲੱਖ ਲੈ ਲਾ, ਸਾਈਡ ਤੇ ਹੋ ਜਾ। 5 ਲੱਖ ਤੋਂ 12 ਲੱਖ ਤੱਕ ਮੈਨੂੰ ਕਹਿੰਦਾ ਰਿਹਾ ਲੈ ਲਾ। ਤੇ ਮਕਾਨ ਦੀ ਵੈਸੇ ਕੀਮਤ ਕਿੰਨੀ ਹੈ ਇਸ ਟਾਈਮ? ਮੇਰਾ ਮਕਾਨ 25 ਲੱਖ ਦਾ ਵਾ। 25 ਲੱਖ ਦਾ ਤੁਸੀਂ ਕਹਿੰਦੇ ਹੋ। ਮੈਂ ਕਬਜ਼ਾ ਤਾਂ ਇਸ ਯਾਨੀ ਮਕਾਨ ਦੀ ਹੱਕਦਾਰ ਤੇ ਮੈਂ ਹਾਂ, ਤੇ ਦੇਣਾ ਹੀ ਹੈ ਤੇ 25 ਲੱਖ ਤੇ ਦਿਓ, ਵਰਨਾ ਐਵੇਂ ਬਲੈਕਮੇਲ ਕਰਕੇ ਯਾਨੀ 12 ਲੱਖ ਰੁਪਇਆ ਦੇ ਰੇਟ ਜਾਂ 5 ਲੱਖ ਕਹਿ ਉਹ ਕਹਿੰਦਾ ਸੀਗਾ ਕਿ ਤੂੰ ਇੰਨੇ ਲੈ ਲਾ, ਬੜੀ ਗੱਲ ਆ, ਤੈਨੂੰ ਇੰਨੇ ਵੀ ਨਹੀਂ ਮਿਲਣਗੇ, ਤਾਂ ਅਸੀਂ ਤੈਨੂੰ ਕੁਝ ਵੀ ਨਹੀਂ ਦੇਣਾ, ਇਸੇ ਤਰ੍ਹਾਂ ਕੱਢਾਂਗੇ। ਦੁਬਾਰ ਤੋਂ ਲੈ ਕੇ ਗਈ ਤੇਰੀਆਂ ਧੀਆਂ ਤੇ ਅਸੀਂ ਉੱਥੇ ਉਹਨਾਂ ਨਾਲ। ਇਹ ਤੁਹਾਡੀਆਂ ਬੇਟੀਆਂ ਨਾਲ ਬੈਠੀਆਂ? ਤੁਸੀਂ ਮਾਂ ਜੀ ਦੀ ਬੇਟੀ ਹੋ? ਕਿਦੋਂ ਕਦਾ ਇਹ ਮਾਮਲਾ? ਤੁਹਾਡੇ ਤਾਂ ਵਾਲਦ ਸਾਹਿਬ ਦੁਨੀਆ ਤੋਂ ਰੁਖਸਤ ਹੋ ਗਏ ਔਰ ਮਕਾਨ ਵੀ ਮੇਰੇ ਖਿਆਲ ਤੁਹਾਨੂੰ ਦੇ ਗਏ। ਹਾਂਜੀ, ਮੇਰੀ ਅੰਮੀ ਦੇ ਨਾਮ ਕਰਾ ਗਏ ਸੀ ਮੇਰੇ ਵਾਲੇ। ਮੇਰਾ ਮੀਆਂ ਫੌਤ ਹੋ ਗਿਆ ਸੀਗਾ। ਤੇ ਹੁਣ ਅੱਜ DPO ਸਾਹਿਬ ਵੀ ਆ ਰਿਹਾ ਮਾਂ ਜੀ, ਤੇ ਖੁੱਲੀ ਕਚਹਿਰੀ ਵੀ ਆ, ਜੁਮਾਤਲ ਮੁਬਾਰਕ ਆ ਮਾਸ਼ਾਅੱਲਾ। ਤੇ DPO ਸਾਹਿਬ ਆਏ ਹੋਏ ਆ, ਕੀ ਹੁਣ ਉਹਨਾਂ ਨੂੰ ਫਰਿਆਦ ਕਰੋਗੇ? ਹੁਣ ਆਲਾ ਅਫਸਰਾਨ ਵੀ ਇਸ ਪ੍ਰੋਗਰਾਮ ਨੂੰ ਯਕੀਨਨ ਦੇਖ ਰਹੇ ਨੇ
ਕੀ ਮੁਤਾਲਬਾ ਕਰਦੇ ਹੋ ਅਪੀਲ? ਮੈਂ ਦੱਸੂਗੀ ਉਹਨਾਂ ਨੂੰ ਕਿ ਐਸਐਚਓ ਨੇ ਵੇਖ ਕੇ ਵੀ ਇੰਤਕਾਲ ਵੇਖ ਕੇ ਸਾਰਾ ਕੁਝ ਵੇਖ ਕੇ ਝੂਠੇ ਕਰਕੇ ਉਹਨਾਂ ਨੂੰ ਫਿਰ ਉਹਨਾਂ ਦੀ ਸਾਈਡ ਮਾਰ ਗਿਆ। ਫਿਰ ਮੈਨੂੰ ਕਹਿੰਦਾ ਮੈਂ ਪਰਚਾ ਤੇਰੇ ਤੇ ਕਰੂੰਗਾ। ਮੈਂ ਅੱਜ ਉਹਨਾਂ ਨੂੰ ਪੁੱਛਦੀ ਹਾਂ ਕਿ ਮੈਂ ਕੀਤਾ ਕੀ ਆ, ਕਿਸ ਜੁਰਮ ਦੀ ਸਜ਼ਾ ਵਾ, ਘਰੋਂ ਦੇ ਘਰ ਵੀ ਹੋ ਗਈ ਬੱਚੇ। ਮੈਂ ਅੱਜ ਉਹਨਾਂ ਨੂੰ ਪੁੱਛਦੀ ਹਾਂ ਕਿ ਮੈਂ ਕੀਤਾ ਕੀ ਆ, ਕਿਸ ਜੁਰਮ ਦੀ ਸਜ਼ਾ ਵਾ, ਘਰੋਂ ਦੇ ਘਰ ਵੀ ਹੋ ਗਈ, ਬੱਚੇ ਵੀ ਰੁਲ ਗਏ ਮੇਰੇ, ਵੇਖ ਪਰਚਾ ਮੇਰੇ ਤੇ। ਮੈਨੂੰ ਨਹੀਂ ਸਮਝ ਆਉਂਦੀ ਕੈਸਾ ਇਨਸਾਫ ਆ, ਕੀ ਕਾਨੂੰਨ ਆ, ਕਿ ਇੱਥੇ ਬੈਠੇ ਆ ਮੇਰਾ ਬੰਦਾ ਫੌਤ ਹੋ ਗਿਆ, ਮੈਂ ਬੇਵਾ ਔਰਤ ਆ, ਮੈਨੂੰ ਜ਼ਿਲਤ ਦੇਤੀ ਇਹਨਾਂ ਨੇ। ਮੈਂ ਧੀਆਂ ਲੈ ਕੇ ਕਦੇ ਕਿਸੇ ਦੇ ਘਰੇ ਜਾ ਕੇ ਚਾਰ ਦਿਨ ਨਹੀਂ, ਕਦੇ ਕਿਸੇ ਦੇ। ਦੱਸੋ ਕਿੱਥੇ ਮਹਿਫੂਜ਼ ਆ ਮੈਂ? ਕਿਤੇ ਵੀ ਨਹੀਂ ਗਈ। ਮੇਰੇ ਕੋਲ ਮੇਰੀ ਛੱਤ ਮੇਰਾ ਬੰਦਾ ਦੇ ਕੇ ਗਿਆ, ਮੇਰਾ ਹੱਕ ਸੀ, ਮੈਂ ਉਹਦੀ ਬੀਵੀ ਸੀ, ਉਹਦੇ ਘਰੇ ਵਸੀ ਸੀ, ਸ਼ਨਾਖਤੀ ਕਾਰਡ ਮੇਰਾ ਉਹਦੇ ਨਾਂ ਦਾ ਬਣਿਆ, ਹਰ ਚੀਜ਼ ਮੈਨੂੰ ਤਹੱਫੁਜ਼ ਦੇ ਕੇ ਗਿਆ, ਮੈਨੂੰ ਫੇਰ ਰੋਲ ਦਿੱਤਾ ਇਹਨਾਂ ਨੇ। ਇਹ ਭੇੜੀਏ ਚਿੰਬੜ ਕੇ ਮੇਰੇ ਮਕਾਨ ਨੂੰ। ਇਸ ਖਾਨ ਚੋਂ ਤੁਹਾਨੂੰ ਹਾਈ ਸਾਹਿਬ ਚੋਂ ਕੋਈ ਬੱਚੇ ਵੀ ਸਨ ਤੁਹਾਡੇ ਚੋਂ? ਕੋਈ ਬੱਚਾ ਔਲਾਦ ਨਹੀਂ ਹੋਈ ਮੈਨੂੰ ਇਹਨਾਂ ਚੋਂ। ਠੀਕ ਹੈ, ਯਾਨੀ ਅੱਬਾ ਕਰ ਗਏ ਜੀ ਤੁਹਾਡੇ ਨਾਂ ਤੇ ਦੁਨੀਆ ਤੋਂ ਰੁਖਸਤ ਹੋ ਗਏ। ਹਾਂਜੀ, ਇਹ ਕਰਨ ਤੋਂ ਸਾਲ ਬਾਅਦ ਉਹਨੇ ਕਿਹਨੂੰ ਫਿਰ ਆਪਣੇ ਨਾਲ ਮਿਲਾ ਕੇ ਤੇ ਕਬਜ਼ਾ ਕਰ ਲਿਆ? ਉਹਨਾਂ ਨੇ ਸਨਾਉਲਾ ਰਹਿਮਾਨੀ ਨੂੰ ਆਦੇ ਨਾਂ ਰਲਾਇਆ ਵਾ, ਤਾਰਕ ਉਹਨਾਂ ਦੇ ਨਾਂ ਰਲਿਆ ਵਾ, ਰਲ ਕੇ ਇਹਨਾਂ ਨੇ ਪਹਿਲਾਂ ਮੇਰੇ ਤੇ ਦਰਖਾਸਤ ਦੇ ਦਿੱਤੀ ਆ ਜੀ ਇਹ ਸਹੀ ਨਹੀਂ ਗਈ। 25 ਸਾਲ ਤੋਂ ਮੈਂ ਉਸ ਬੰਦੇ ਨੂੰ ਉਹਦੇ ਘਰੇ ਮੈਂ ਵਸਦੀ ਪਈ ਸੀ 7-8 ਸਾਲ ਤੋਂ, ਤੇ ਉਦੋਂ ਮੈਨੂੰ ਗਲਤ ਕਹਿੰਦੇ ਖਾਂ, ਉਦੋਂ ਮੇਰੇ ਨਿਕਾਹ ਨੂੰ ਚੈਲੰਜ ਕਰਦੇ ਜਦੋਂ ਮੈਂ ਉਹਦੀ ਬੀਵੀ ਸੀਗੀ। ਜਦੋਂ ਦੁਨੀਆ ਤੋਂ ਚਲਾ ਗਿਆ ਇਹਨਾਂ ਨੇ ਜੀ ਇਹ ਨਿਕਾਹ ਨਹੀਂ ਸਹੀ ਹੈਗਾ, ਇਹ ਠੀਕ ਨਹੀਂ ਹੈਗੀ, ਮੈਨੂੰ ਮੇਰੇ ਘਰੋਂ ਕੱਢ ਦਿੱਤਾ। ਕੀ ਅਪੀਲ ਕਰਦੇ ਹੋ ਡੀਪੀਓ ਸਾਹਿਬ ਤੇ ਆਰਪੀਓ ਮੁਲਤਾਨ ਨੂੰ, ਆਈਜੀ ਸਾਹਿਬ ਨੂੰ? ਮੇਰੀ ਤਾਂ ਇਹੀ ਇੰਤਜ਼ਾਮ, ਮੈਨੂੰ ਮੇਰਾ ਮਕਾਨ ਲੈ ਦੇਣ, ਮੇਰੀ ਮਿੰਨਤ ਆ, ਮੈਨੂੰ ਮੇਰਾ ਮਕਾਨ ਲੈ ਦੇਣ। ਮੈਂ ਆਪਣੀਆਂ ਬੱਚੀਆਂ ਲੈ ਕੇ ਬੈਠ ਜਾਵਾਂ। ਮੈਂ ਕੰਮ ਕਰਦੀ ਸੀ ਉੱਥੇ, ਝਾੜੂ ਵੇਚਦੀ ਸੀ, ਸਰਫ ਦਾ ਬਲੀਚ ਦਾ ਵੇਚਦੀ ਸੀ, ਤੇ ਅਸੀਂ ਰੋਟੀ ਕਮਾਈ ਜਾਂਦੀ ਤੇ ਬੱਚੇ ਪਾਲੀ ਜਾਂਦੀ ਸੀ। ਇਹਨਾਂ ਨੂੰ ਮੇਰੀ ਇਹੀ ਇੰਤਜ਼ਾਮ ਆ ਕਿ ਮੇਰੇ ਘਰ ਦੇ ਦੇਣ, ਮੈਨੂੰ ਕਿਸੇ ਤਰ੍ਹਾਂ ਮੇਰਾ ਘਰ ਦਵਾ ਦੇਣ, ਕਿਸੇ ਦੇ ਦਿਲ 'ਚ ਰਹਿਮ ਪੈ ਜਾਵੇ। ਮੇਰੇ ਵਾਸਤੇ ਤਾਂ ਅਫਸਰ ਵੀ, ਮੈਨੂੰ ਤਾਂ ਇੰਝ ਲੱਗਦਾ ਦੁਨੀਆ ਮੁੱਕ ਗਈ ਆ। ਮੈਂ ਬਹੁਤ ਭੱਜੀ ਆ, ਬਹੁਤ ਦੌੜੀ ਆ, ਕੁਝ ਨਹੀਂ ਬਣਿਆ ਮੇਰਾ। ਪੁਲਿਸ ਨੇ ਤੁਹਾਡੀ ਹੈਲਪ ਨਹੀਂ ਕੀਤੀ? ਬਿਲਕੁਲ ਨਹੀਂ ਕੀਤੀ, ਬਲਕਿ ਪੁਲਿਸ ਐਸਐਚਓ ਨੇ ਤਾਂ ਮੈਨੂੰ ਇਹ ਕਿਹਾ ਕਿ ਤੂੰ ਥਾਣੇ 'ਚੋਂ ਚਲੀ ਜਾਣੀ ਤਾਂ ਤੈਨੂੰ ਇੱਥੇ ਮੈਂ ਤੇਰੇ ਤੇ ਪਰਚਾ ਕੱਟ ਦੂੰਗਾ, ਤੈਨੂੰ ਅੰਦਰ ਕਰ ਦੂੰਗਾ। ਮੇਰਾ ਗੁਨਾਹ ਕੀ ਸੀ? ਤੁਹਾਡੀ ਵਾਲਦਾ ਨੇ ਹਾਂਜੀ ਕੀ ਮੁਤਾਲਬਾ ਕਰਦੇ ਹੋ? ਕਿੰਨੀ ਕੁ ਵਾਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਜਾ ਕੇ, ਮਤਲਬ ਪੰਚਾਇਤੀ ਤੌਰ ਤੇ, ਕਿ ਅੱਲਾ ਦਾ ਨਾਂ ਹੈ ਸਾਡਾ ਕਬਜ਼ਾ ਛੱਡ ਦਿਓ? ਬਹੁਤ ਦਫਾ, ਕਾਫੀ ਦਫਾ ਕੀਤੀ ਹੈ, ਪਰ ਤੁਸੀਂ ਗਏ ਸੋ ਸੁਨਾਉਲਾ ਕੋਲ? ਨਹੀਂ ਅਸੀਂ ਨਹੀਂ ਗਏ, ਮੇਰੇ ਅੰਮੀ ਗਏ ਸੀ। ਤੇ ਫਿਰ ਕਾਫੀ ਦਫਾ ਗਏ, ਮਤਲਬ ਕਿ ਕਿਸੇ ਗੱਲ ਤੇ ਨਹੀਂ ਆਉਂਦੇ ਸੀ, ਤੇ ਨਾਲੇ ਕਹਿੰਦੇ ਸੀ ਕਿ ਤੁਸੀਂ ਜਦੋਂ ਵੀ ਪੰਚਾਇਤ ਲੱਗੇ ਤੁਸੀਂ ਇਕੱਲਿਆਂ ਨੇ ਆਉਣਾ ਵਾ, ਕਿਸੇ ਨੂੰ ਨਾਲ ਨਹੀਂ ਲੈ ਕੇ ਆਉਣਾ ਹੈਗਾ। ਤੁਹਾਨੂੰ ਕਹਿੰਦੇ ਸੀ? ਅੰਮੀ ਮੇਰੇ ਨੂੰ ਕਹਿੰਦੇ ਕਿਸੇ ਨੂੰ ਨਾਲ ਨਹੀਂ ਲੈ? ਹਾਂਜੀ, ਨਹੀਂ ਲੈ ਕੇ ਆਉਣਾ ਹੈਗਾ, ਇਕੱਲਿਆਂ ਨੇ ਆਉਣਾ। ਇਹ ਤੁਸੀਂ ਉਹਨਾਂ ਦੇ ਮਾਂ ਜੀ ਦੇ ਭਾਈ ਹੋ? ਇਹ ਕੀ ਕਿਸ ਤਰ੍ਹਾਂ ਹੋ ਗਿਆ? ਔਰ ਪੰਚਾਇਤੀ ਤੌਰ ਤੇ ਕੋਸ਼ਿਸ਼ ਨਹੀਂ ਕੀਤੀ ਤੁਸੀਂ? ਉਹ ਕਹਿੰਦੇ ਸੀ ਜਿਹੜੀ ਪੰਚਾਇਤ 'ਚ ਵੀ ਆਵੇ ਕੱਲੀ ਆਵੇ। ਉਹਨੇ ਕਿਹਾ ਅਸੀਂ 20 ਜਾਣੇ ਬੈਠੇ ਹੋਵਾਂਗੇ, ਤੂੰ ਕੱਲੀ। ਇਹਨੇ ਕਿਹਾ ਮੈਂ ਵੀ 10-12 ਬੰਦੇ ਲੈ ਕੇ, ਇਹਨੇ ਕਿਹਾ ਦੁਕਾਨ ਤੇ ਕਰ ਲਓ ਪੰਚਾਇਤ। ਕਹਿੰਦੇ ਨਹੀਂ ਜੀ ਪੰਚਾਇਤ ਅਸੀਂ ਆਪਣੀ ਜਗ੍ਹਾ ਤੇ ਕਰਾਂਗੇ, ਤੂੰ ਕੱਲੀ ਨਾ, ਸਾਡੇ ਕੋਲ ਤੂੰ ਪੈਸੇ ਲੈਣੇ ਆ। ਇਹ ਕਹਿੰਦੀ ਮੈਂ ਤੁਹਾਡੇ ਕੋਲ ਕਿਉਂ ਪੈਸੇ ਲੈਣੇ? ਕੋਈ ਕਹਿੰਦਾ 5 ਲੱਖ ਲੈ ਲਓ, ਕੋਈ ਕਹਿੰਦਾ 7 ਲੱਖ ਲੈ ਲਓ, ਇਹਨਾਂ ਤਾਂ ਮੇਰੇ ਕੋਈ ਹਿੱਸਾ ਲੈ ਲਓ ਜਿੰਦਾ ਦਿਲ ਕਰਦਾ ਵਾ। ਬਸ ਇੰਝ ਹੀ ਲੱਗੇ ਰਹੇ ਯਾਰ, ਅੱਜ ਪੰਚਾਇਤ ਕਰਦੇ, ਕੱਲ੍ਹ ਕਰਦੇ ਆ। ਜਿਹੜੀ ਜਗ੍ਹਾ ਤੇ ਵੀ ਗਏ ਉਹਨਾਂ ਨੇ ਆਪਦੇ ਵੱਲੋਂ ਹੀ ਗੱਲ ਕੀਤੀ ਹੈ, ਬਸ ਇਹ ਫਿਰ ਜਗ੍ਹਾ ਤੇ ਕਿਤੇ ਗਈ ਨਹੀਂ। ਇਹਨੇ ਕਿਹਾ ਰਾਉਲੇ ਤੇ ਕੋ ਪਹਿਲੇ ਵੀ ਕੋਈ ਕਬਜ਼ੇ ਦੇ ਇਸ ਤਰ੍ਹਾਂ ਦੇ ਕੋਈ ਮਾਮਲਾਤ ਹੈ? ਇੱਕ ਮਾਈ ਦੇ ਪਹਿਲਾਂ ਵੀ ਇਹਨੇ ਪਲਾਟ ਤੇ ਕਬਜ਼ਾ ਕੀਤਾ ਹੋਇਆ ਵਾ। ਉਹਦਾ ਬੇਟਾ ਸੀਗਾ, ਉਹਨੇ ਪਤਾ ਨਹੀਂ ਖੁਦਕੁਸ਼ੀ ਕਰ ਲਈ, ਕੀ ਕਰ ਲਿਆ, ਮਰ ਗਿਆ। ਇੱਕੋ ਇਹਦਾ ਬੇਟਾ ਸੀ। ਕੀ ਮੁਤਾਲਬਾ ਕਰਦੇ ਹੋ? यही मुतालबा करते हैं कि डीपीओ ਨੂੰ ਇਹਨਾਂ ਦੀ ਮਿਹਨਤ के कब्जा लेके दिता जाए। नाजरीन, जैसे कि आपने सुना कि इस वक्त इन फैमिली की बात आपने सुनी कि इनका ये कहना और मुतालबा है अपीलन कि पुलिस ने इनकी हेल्प करने की बजाय बल्कि कब्ज़ा करवाया था, ये इनका इल्ज़ाम है। मैं अपील करता हूँ डीपीओ विहाड़ी, आरपीओ मुल्तान से, और इनका भी अपील और मुतालबा है कि साफ़ शफाफ इंक्वायरी करके इनका कब्ज़ा वापस दिलवाया जाए। अगर ये हकदार हैं तो ये दर बदर घूम रहे हैं, इनके पास कोई घर नहीं है, छत नहीं, इनकी अपनी ये 2 बेटियाँ, इनके छोटे छोटे बच्चे हैं, ये इनके भाई हैं, और पंचायती तौर पे भी कई बार वे जा चुके हैं। इनका जो है कोई इनकी बात नहीं मानी गई। इनका ये इल्ज़ाम है कि पुलिस ने इनका कब्ज़ा करवाया है, और इनका मुतालबा और अपील है डीपीओ साहब विहाड़ी और आईजी साहब से कि खुदा के लिए तब्दीली सरकार इस वक्त दोबारा आ चुकी है पंजाब में, और तब्दीली सरकार से इन्होंने मुतालबा किया है कि खुदा के लिए हमें जो है वो हमारा कब्ज़ा वापस दिलवाया जाए। ये बेवा खातून है, बेवा खातून है, मेरे साथ इस वक्त मौजूद है, यकीनन आप देख रहे होंगे। ए आखिर ते की मुतालबा कर दिओ हुण डीपीओ साहब और आरपीओ मुल्तान ना? ਮੇਰੀ ਇੰਤਜ਼ਾਮ ਆ, ਮੈਨੂੰ ਮੇਰਾ ਘਰ ਲੈ ਦੇਣਾ। ਮੇਰਾ ਬੰਦਾ ਮੈਨੂੰ ਛੱਤ ਦੇ ਕੇ ਗਿਆ ਸੀਗਾ, ਅੱਲਾ ਦਾ ਵਾਸਤਾ ਮੈਨੂੰ ਮੇਰਾ ਮਕਾਨ ਲੈ ਦਿਓ। ਮੈਂ ਆਪਦੇ ਘਰੇ ਮਹਿਫੂਜ਼ ਦੀਆਂ ਬੇਟੀਆਂ ਲੈ ਕੇ ਬੈਠ ਜਾਵਾਂ। ਮੇਰਾ ਕਿਸੇ ਦਾ ਕੋਈ ਦੁਸ਼ਮਣੀ ਨਹੀਂ, ਮੇਰਾ ਕੁਝ ਕਰ ਵੀ ਨਹੀਂ ਸਕਦੀ ਕਿਸੇ ਦਾ। ਮੈਨੂੰ ਅੱਲਾ ਤੋਂ ਬਾਅਦ ਕਾਨੂੰਨ ਦਾ ਆਸਰਾ, ਮੇਰੀ ਮਿੰਨਤ ਆ, ਮੇਰੀ ਇੰਤਜ਼ਾਮ ਆ कि मैंने मेरा घर ला दो। आपने सुना इनकी बात। देखते रहिए BNA न्यूज़। अपने मेज़बान अजमल सियाल को इजाज़त दीजिए। अगली स्टोरी तक के लिए अल्लाह निगहबान।